ਸਤਿ ਸ੍ਰੀ ਅਕਾਲ ਪਿਆਰੇ ਭੈਣੋ ਤੇ ਭਰਾਵੋ। ਆਪਾਂ ਪਹਿਲੇ ਟੌਪਿਕ ਦੇ ਵਿੱਚ ਕੁਝ ਗੱਲਾਂ ਸਿਹਤ ਬਾਰੇ ਕਰ ਰਹੇ ਸੀ। ਔਰ ਪਹਿਲੇ ਟੌਪਿਕਾਂ ਦੇ ਵਿੱਚ ਮੈਂ ਜੋ ਵਿਚਾਰ ਦਿੱਤੇ ਹਨ ਉਹ ਸੌਫਟਵੇਅਰ ਚੇਤਨਾ ਸ਼ਕਤੀ ਦੇ ਉੱਤੇ ਜ਼ਿਆਦਾ ਹਨ ਔਰ ਜੋ ਮੂਲ ਕਾਰਨ ਹੈ ਬਿਮਾਰੀਆਂ ਦਾ। ਅੱਜ ਅਸੀਂ ਦੇਖਦੇ ਹਾਂ कि विज्ञान ने और साइंस टेक्नोलॉजी ने, मैडिकल साइंस ने और आयुर्वेदा दी इंडियन मैडिकल साइंस जिन्हों असी साइलेंस पावर भी कहते हाँ, उन्होंने भी आचार विचार आहार और व्यवहार और व्यायाम ਇਹ 5 ਗੱਲਾਂ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈ ਸਿਹਤ ਨੂੰ ਮਜ਼ਬੂਤ ਕਰਨ ਵਾਸਤੇ ਔਰ ਮਨ ਦੀ ਸ਼ਕਤੀ ਨੂੰ ਵੀ ਮਜ਼ਬੂਤ ਕਰਨ ਵਾਸਤੇ। ਪਰ ਅੱਜ ਮੈਂ ਤੁਹਾਨੂੰ ਇੱਕ ਨਈ ਚੀਜ਼ ਹੋਰ ਦੱਸ ਰਿਹਾ ਹਾਂ ਕਿ ਨਈ ਦਿਸ਼ਾ ਸਿਹਤ ਵੱਲ ਸਭ ਤੋਂ ਵੱਡਾ ਰੋਲ ਹੈ ਸਾਡੀ ਯਾਦਦਾਸ਼ਤ ਦਾ, ਜਿਹਨੂੰ ਕਿ ਮੈਮੋਰੀ ਪਾਵਰ ਕਿਹਾ ਗਿਆ ਹੈ। ਮੈਂ ਚੰਡੀਗੜ੍ਹ ਦੇ ਵਿੱਚ ਗਿਆ, ਉਹਨਾਂ ਨੇ ਮੈਨੂੰ ਉਸ ਆਡੀਅੰਸ ਦੇ ਵਿੱਚ ਕੁਝ VIP ਸਨ, ਮੈਨੇਜਰ ਸਨ। ਐਤਵਾਰ ਦਾ ਰੋਜ਼ ਸੀ। ਉਹਨਾਂ ਕਿਹਾ ਕਿ ਤੁਸੀਂ ਅੱਜ ਲੋਕਾਂ ਦੀ ਯਾਦਦਾਸ਼ਤ ਘਟ ਰਹੀ ਹੈ ਔਰ ਸਪੈਸ਼ਲੀ ਓਲਡ ਏਜ ਦੇ ਵਿੱਚ ਸੀਨੀਅਰ ਸਿਟੀਜ਼ਨਸ ਦੀ। ਪਰ ਮੈਂ ਤਾਂ ਇਹ ਕਹਿਣਾ ਹਾਂ ਕਿ ਅੱਜ ਯਾਦਦਾਸ਼ਤ ਬੱਚਿਆਂ ਦੀ ਵੀ ਘਟ ਰਹੀ ਹੈ। ਉਹਨਾਂ ਦੀ ਰੁਚੀ ਪੜ੍ਹਾਈ ਵੱਲ ਨਹੀਂ ਲੱਗ ਰਹੀ। ਕਈ ਬੱਚੇ ਕਹਿੰਦੇ ਹਨ, ਉਹਨਾਂ ਦੇ ਮਾਤਾ ਪਿਤਾ ਵੀ ਇਹ ਕਹਿੰਦੇ ਹਨ ਕਿ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਹੈ। ਇਹਦਾ ਕਨੈਕਸ਼ਨ ਸਾਰਾ ਹੀ ਸਾਡੀ ਮੈਮੋਰੀ ਪਾਵਰ ਨਾਲ ਹੈ। ਔਰ ਮੈਮੋਰੀ ਪਾਵਰ ਕੀ ਚੀਜ਼ ਹੈ? ਮੈਮੋਰੀ ਪਾਵਰ ਕਿਸ ਤਰ੍ਹਾਂ ਬਣਦੀ ਹੈ? ਅੱਜ ਆਪਾਂ ਇਹਦੇ ਤੇ ਵਿਚਾਰ ਕਰਾਂਗੇ। ਔਰ ਮੈਮੋਰੀ ਪਾਵਰ ਵੀ 4 ਕਿਸਮ ਦੀ ਹੈ। ਜਿਸ ਤਰ੍ਹਾਂ ਮੰਨਦੇ ਹੋ ਕੌਨਸ਼ੀਅਸ ਮਾਈਂਡ ਤੇ ਸਬਕੌਨਸ਼ੀਅਸ ਮਾਈਂਡ, ਇਹ ਵੀ 4 ਅਵਸਥਾ ਵਿੱਚ ਗੁਜ਼ਰਦੇ ਹਾਂ। ਔਰ ਮੈਮੋਰੀ ਪਾਵਰ ਵੀ ਸਾਡੀ 4 ਅਵਸਥਾ ਵਿੱਚ ਗੁਜ਼ਰਦੀ ਹੈ। ਪਹਿਲੀ ਅਵਸਥਾ ਨੂੰ ਕਹਿੰਦੇ ਹਾਂ ਸ਼ਾਰਟ ਟਰਮ ਮੈਮੋਰੀ। ਉਹ ਯਾਦਦਾਸ਼ਤ ਜਿਹੜੀ ਅਸੀਂ ਥੋੜ੍ਹੀ ਦੇਰ ਵਾਸਤੇ ਬਣਾਉਂਦੇ ਹਾਂ। ਤੁਸੀਂ ਕਿਸੇ ਬੰਦੇ ਤੋਂ ਮੋਬਾਈਲ ਦਾ ਨੰਬਰ ਪੁੱਛਿਆ, ਉਹਨੂੰ ਲਿਖਿਆ ਨਹੀਂ, ਉਹ ਬੰਦੇ ਨੂੰ ਤੁਸੀਂ ਫੋਨ ਕਰਕੇ ਉਸ ਤੋਂ ਮਗਰੋਂ ਇਹ ਮੈਮੋਰੀ ਸਾਡੀ ਚੇਤਨਾ ਦੇ ਵਿੱਚ ਨਹੀਂ ਜਾਂਦੀ। ਇਹ ਸਿਰਫ ਸਾਡੇ ਬ੍ਰੇਨ ਬੇਸਡ ਨਿਊਰਲ ਕੈਨਾਲ ਦੇ ਵਿੱਚ ਰਹਿੰਦੀ ਹੈ ਔਰ ਕੁਝ ਮਿੰਟਾਂ ਦੇ ਮਗਰੋਂ ਹੀ ਅਸੀਂ ਭੁੱਲ ਜਾਂਦੇ ਹਾਂ। ਇਹਨੂੰ ਕਿਹਾ ਜਾਂਦਾ ਹੈ ਸ਼ਾਰਟ ਟਰਮ ਮੈਮੋਰੀਜ਼। ਫਿਰ ਹੈ ਲੌਂਗ ਟਰਮ ਮੈਮੋਰੀਜ਼। ਉਹ ਮੈਮੋਰੀਜ਼, ਉਹ ਯਾਦਦਾਸ਼ਤਾਂ ਜਿਹੜੀ ਲੰਬੇ ਸਮੇਂ ਤੋਂ ਲੈ ਕੇ ਸਾਡੇ ਜੀਵਨ ਨੂੰ, ਸਾਡੇ ਮਾਈਂਡ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਹੜੇ ਸਾਡੇ ਸਬਕੌਨਸ਼ੀਅਸ ਮਾਈਂਡ, ਅੰਤਰ ਚੇਤਨ ਮਨ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਉਹਨਾਂ ਮੈਮੋਰੀਜ਼ ਨੂੰ ਅਸੀਂ ਲੌਂਗ ਟਰਮ ਮੈਮੋਰੀਜ਼ ਕਹਿੰਦੇ ਹਾਂ। ਉਹ ਮੈਮੋਰੀਜ਼ ਕਈ ਵਰਸ਼ਾਂ ਦੀ ਵੀ ਸਾਨੂੰ ਯਾਦ ਹੈ। ਸਾਡਾ ਬਚਪਨ ਵੀ ਸਾਨੂੰ ਯਾਦ ਹੈ, ਜਵਾਨੀ ਵੀ ਯਾਦ ਹੈ। ਉਹ ਮੈਮੋਰੀਜ਼ ਰਿਵਾਈਜ਼ ਹੁੰਦੀਆਂ ਰਹਿੰਦੀਆਂ ਹਨ, ਰਿਪੀਟ ਹੁੰਦੀਆਂ ਰਹਿੰਦੀਆਂ ਹਨ। ਬਾਰ-ਬਾਰ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ, ਕਦੇ ਖੁਸ਼ੀਆਂ ਦੀ, ਕਦੇ ਗਮੀ ਦੀ। ਪਰ ਯਾਦ ਰੱਖਣਾ, ਕਈ ਮੈਮੋਰੀ ਇਸ ਤਰ੍ਹਾਂ ਦੀ ਹੈ ਕਿਉਂਕਿ ਮੈਮੋਰੀ ਨੂੰ ਅਸੀਂ ਮੈਮੋਰੀ ਬੈਂਕ, ਜਿਹੜਾ ਕਿ ਸਾਡੇ ਬ੍ਰੇਨ ਬੇਸਡ ਹੈ, ਜਿਹੜੇ ਸਾਡੇ ਬ੍ਰੇਨ ਦੇ ਅੰਦਰ ਸਟੋਰੇਜ ਕਰਨ ਵਾਸਤੇ, ਮੈਮੋਰੀ ਨੂੰ ਸਟੋਰ ਕਰਨ ਵਾਸਤੇ, ਕਿਉਂਕਿ ਮੈਮੋਰੀ ਅਸੀਂ ਇੱਕ ਟਾਈਮ ਇੱਕੋ ਹੀ
ਸੈਕਿੰਡ ਦੇ ਵਿੱਚ ਯਾਦ ਕਰ ਸਕਦੇ ਹਾਂ। ਪਰ ਜਿਹੜੀ ਮੈਮਰੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਅਸੀਂ ਮੈਮਰੀ ਬੈਂਕ ਦੇ ਵਿੱਚੋਂ ਲੈ ਲੈਂਦੇ ਹਾਂ। ਬਾਹਰ ਦੀ ਘਟਨਾ ਦਾ ਸਾਹਮਣੇ ਆਉਣਾ, ਬਾਹਰ ਦੀ ਈਵੈਂਟ ਦਾ ਆਉਣਾ, ਕਿਸੇ ਬੰਦੇ ਨਾਲ ਵਿਵਹਾਰ ਕਰਨਾ, ਉਹਦਾ ਕਨੈਕਸ਼ਨ ਸਾਡੀ ਅੰਦਰ ਦੀ ਮੈਮੋਰੀ ਨਾਲ ਹੈ, ਤਾਂ ਉਹ ਅਸੀਂ ਜੁੜੇ ਹੋਏ ਹਾਂ। ਔਰ ਤੀਸਰੀ ਮੈਮੋਰੀ ਹੈ ਅਨਕੌਂਸ਼ੀਅਸ ਮੈਮੋਰੀਜ਼। ਜਿਸ ਤਰ੍ਹਾਂ ਅਨਕੌਂਸ਼ੀਅਸ ਮਾਈਂਡ ਹੈ, ਉਸ ਤਰ੍ਹਾਂ ਹੀ ਇਹ ਮੈਮੋਰੀਜ਼ ਸਾਡੀਆਂ ਡੋਰਮੈਂਟ ਲੈਵਲ, ਜਿਹਨੂੰ ਅਸੀਂ ਕਹਿੰਦੇ ਹਾਂ ਡੀਪੈਸਟ ਲੈਵਲ, ਚੇਤਨਾ ਦੀ ਗਹਿਰੀ ਅਵਸਥਾ ਵਿੱਚ ਚਲੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਰਿਵਾਈਵ ਜਾਂ ਦੁਬਾਰਾ ਫਿਰ ਯਾਦ ਵਿੱਚ ਨਹੀਂ ਲੈ ਕੇ ਆ ਸਕਦੇ। ਉਹ ਸਾਡੀਆਂ ਬਹੁਤ ਪੁਰਾਣੀਆਂ ਹੁੰਦੀਆਂ ਹਨ। ਤਾਂ ਇਸ ਵਾਸਤੇ ਅਨਕੌਂਸ਼ੀਅਸ ਮੈਮਰੀ ਨੂੰ ਅਸੀਂ ਜ਼ਿਆਦਾ ਫੋਕਸ ਨਾ ਕਰਦੇ ਹੋਏ, ਔਰ ਤੀਸਰੀ ਮੈਮੋਰੀਜ਼ ਜਿਹੜੀ ਹੈ ਉਹ ਮੈਮੋਰੀਜ਼ ਹੈਗੀਆਂ ਈਸ਼ਵਰ ਦੀ ਯਾਦ ਦੀਆਂ, ਸਿਮਰਨ ਦੀਆਂ, ਸਾਧਨਾ ਕਰਨ ਦੀਆਂ। ਉਹ ਮੈਮੋਰੀ ਸਾਡੀ ਇੰਪਲੈਕਟ ਮੈਮੋਰੀਜ਼ ਹੁੰਦੀਆਂ ਹਨ, ਜਿਹੜੀਆਂ ਕਿ ਚੇਤਨਾ ਦੇ ਵਿੱਚ ਚਲੀਆਂ ਜਾਂਦੀਆਂ ਹਨ। ਉਹਨਾਂ ਨੂੰ ਅਸੀਂ ਸਾਧਨਾ ਦੇ ਟਾਈਮ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਉਹ ਸਾਡੇ ਮਨ ਦੇ ਪਰਦੇ ਉੱਤੇ ਆ ਜਾਂਦੀਆਂ। ਸੋ ਇਸ ਗੱਲ ਦਾ ਕਨੈਕਸ਼ਨ ਸਾਡੀ ਸਿਹਤ ਨਾਲ ਬਹੁਤ ਵੱਡਾ ਹੈ। ਇੱਕ ਚੀਜ਼ ਹੈ, ਉਹ ਇਹ ਹੈ ਕਿ ਇੱਕ ਟੀਮ ਹੈ, ਇੱਕ ਪੋਜ਼ਿਟਿਵ ਟੀਮ ਹੈ, ਇੱਕ ਨੈਗੇਟਿਵ ਟੀਮ ਹੈ। ਉਹ ਟੀਮ ਕੀ ਹੈ? ਟੀਮ ਦੇ 4 ਅਕਸ਼ਰ ਹੁੰਦੇ ਹਨ। ਇੰਗਲਿਸ਼ ਦੇ ਵਿੱਚ TEAM, ਟੀਮ। ਇਹ ਟੀਮ ਕੀ ਹੈ? ਟੀ ਦਾ ਅਰਥ ਹੈ ਥਾਟ ਨਾਲ, ਵਿਚਾਰ ਸ਼ਕਤੀ ਨਾਲ। ਜਦੋਂ ਵਿਚਾਰ ਸ਼ਕਤੀ ਆਪਣਾ ਵਿਚਾਰ ਕ੍ਰੀਏਟ ਕਰਦੀ ਹੈ, ਆਪਾਂ ਕੋਈ ਵੀ ਵਿਚਾਰ ਨੂੰ ਕ੍ਰੀਏਟ ਕਰਦੇ ਹਾਂ, ਬੇਸ਼ੱਕ ਉਹ ਪੋਜ਼ਿਟਿਵ ਹੈ ਜਾਂ ਉਹ ਨੈਗੇਟਿਵ ਹੈ, ਉਸ ਦੇ ਵਿੱਚੋਂ ਵਿਚਾਰ ਤਰੰਗਾਂ ਨਿਕਲਦੀਆਂ ਹਨ, ਜਿਹੜਾ ਸਾਡੇ ਇਮੋਸ਼ਨ ਦਾ ਰੂਪ ਧਾਰਨ ਕਰ ਲੈਂਦੀਆਂ। ਜੇ ਉਹ ਵਿਚਾਰ ਤਰੰਗਾਂ ਨੈਗੇਟਿਵ ਵਿਚਾਰਸ ਜਾਂ ਟੌਕਸਿਕ ਵਿਚਾਰ, ਉਹ ਵਿਚਾਰ ਜਿਹੜੇ ਕ੍ਰੋਧ ਦੇ ਅੰਤਰਗਤ ਹੋਣ, ਗੁੱਸੇ ਦੇ ਅੰਤਰਗਤ ਹੋਣ, ਉਹ ਸਾਡੇ ਕੈਮੀਕਲ ਨੂੰ ਚੇਂਜ ਕਰ ਦਿੰਦੇ ਹਨ, ਕਨਵਰਟ ਕਰ ਦਿੰਦੇ ਹਨ। ਇਸ ਤਰ੍ਹਾਂ ਹੀ ਜਿਹੜਾ ਇਮੋਸ਼ਨ ਬਣਦਾ ਹੈ, ਉਹ ਉਹਨਾਂ ਵਿਚਾਰਾਂ ਦੀ ਤਰੰਗਾਂ ਤੋਂ ਬਣਦਾ ਹੈ, ਅਤੇ ਉਹ ਅਸੀਂ ਰਿਪੀਟ ਕਰਦੇ ਰਹਿੰਦੇ ਹਾਂ। ਬਾਰ-ਬਾਰ ਅਸੀਂ ਰਿਪੀਟ ਕਰਦੇ ਹਾਂ। ਜਦੋਂ ਰਿਪੀਟ ਕਰਦੇ ਹਾਂ, ਫਿਰ ਉਸ ਦਾ ਐਟੀਚਿਊਡ ਬਣ ਜਾਂਦਾ ਹੈ, ਜਿਹਨੂੰ ਅਸੀਂ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਸੰਸਕਾਰ ਜਾਂ ਆਦਤ ਜਾਂ ਨੇਚਰ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਮੇਰੀ ਆਦਤ ਵਿੱਚੋਂ ਸ਼ੁਮਾਰ ਹੋ ਗਿਆ। ਇਹ ਬਹੁਤ ਗਹਿਰੀ ਗੱਲ ਹੈ ਔਰ ਸਮਝਣ ਵਿੱਚ ਬੜੀ ਸੁਖਾਲੀ ਹੈ ਕਿ ਜਦੋਂ ਤੁਸੀਂ ਬਾਰ-ਬਾਰ ਕਿਸੇ ਚੀਜ਼ ਦੇ ਉੱਤੇ ਵੀ ਰੈਪੀਟੇਸ਼ਨ ਕਰਦੇ ਹੋ, ਮੰਨ ਲਓ ਕੋਈ ਬੰਦੇ ਨੂੰ ਨਸ਼ੇ ਲੈਣ ਦੀ ਆਦਤ ਹੈ, ਉਹ ਡੇਲੀ ਨਸ਼ੇ ਲੈ ਰਿਹਾ ਔਰ ਕਈ ਮਾਸ ਤੋਂ, ਕਈ ਮਹੀਨਿਆਂ ਤੋਂ, ਕਈ ਵਰਸ਼ਾਂ ਤੋਂ, ਤਾਂ ਉਹਦੀ ਸੰਸਕਾਰ ਆਦਤ ਉਸੇ ਟਾਈਮ ਦੇ ਉੱਤੇ ਉਸਨੂੰ ਉਹ ਡਿਮਾਂਡ ਕਰਦੀ ਹੈ। ਇਸ ਤਰ੍ਹਾਂ ਹੀ ਜੇ ਦੁਨੀਆ ਦੇ ਅੰਦਰ ਵਿਵਹਾਰ ਕਰਦੇ ਹਾਂ, ਜੇ ਸਾਡਾ ਵਿਵਹਾਰ ਪੋਜ਼ਿਟਿਵ ਹੈ, ਤਾਂ ਸਾਡੀ ਜਿਹੜੀ ਟੀਮ ਹੈ, ਟੀ ਦਾ ਮਤਲਬ ਹੈ ਥਾਟ, ਈ ਦਾ ਮਤਲਬ ਇਮੋਸ਼ਨ, ਏ ਦਾ ਮਤਲਬ ਐਟੀਚਿਊਡ। ਜਦੋਂ ਇਹ ਚੀਜ਼ ਸਾਡੇ ਅੰਦਰ ਆ ਜਾਂਦੀ ਹੈ ਤਾਂ ਉਹ ਮੈਮੋਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਉਹ ਮੈਮੋਰੀ ਨੈਗੇਟਿਵ ਵੀ ਹੋ ਸਕਦੀ ਹੈ, ਉਹ ਮੈਮੋਰੀ ਪੋਜ਼ਿਟਿਵ ਵੀ ਹੋ ਸਕਦੀ ਹੈ। ਉਹ ਮੈਮੋਰੀ ਨੂੰ ਅਸੀਂ ਸਟੋਰ ਕਰ ਦਿੰਦੇ ਹਾਂ। ਕਿੱਥੇ ਸਟੋਰ ਕਰਦੇ ਹਾਂ? ਮੈਮੋਰੀ ਬੈਂਕ ਦੇ ਵਿੱਚ। ਸਾਡੇ ਬ੍ਰੇਨ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਹਿੱਸੇ ਹਨ, ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ
ਉਹਨਾਂ ਦਾ ਨਾਮ ਲੈਂਦੇ ਹਾਂ, ਉਹ ਉੱਥੇ ਸਟੋਰ ਹੋ ਜਾਂਦੀਆਂ। ਇਸ ਵਾਸਤੇ ਜਿਹੜਾ ਸਾਡਾ ਬ੍ਰੇਨ ਹੈ ਉਹ ਸਾਡਾ ਇੱਕ ਕੰਪਿਊਟਰ ਹੈ, ਔਰ ਇਸ ਤਰ੍ਹਾਂ ਦਾ ਕੰਪਿਊਟਰ ਕੋਈ ਦੁਨੀਆ ਦੇ ਵਿੱਚ ਨਹੀਂ ਬਣਾ ਸਕਦਾ। ਹਰ ਇੱਕ ਬੰਦੇ ਦੇ ਪਾਸ ਆਪਣਾ ਬ੍ਰੇਨ ਇੱਕ ਕੰਪਿਊਟਰ ਹੈ। ਕੰਪਿਊਟਰ ਦੇ ਵਿੱਚ ਵੀ ਤਾਂ ਯਾਦਦਾਸ਼ਤਾਂ ਜਾਂ ਮੈਮੋਰੀਜ਼ ਨੂੰ ਫੀਡ ਕੀਤਾ ਜਾਂਦਾ ਹੈ, ਔਰ ਕੰਪਿਊਟਰ ਦੀਆਂ ਜਿਹੜੀਆਂ ਮੈਮੋਰੀਜ਼ ਹਨ ਉਹ ਲਿਮਟਿਡ ਹਨ, ਪਰ ਸਾਡੀਆਂ ਮੈਮੋਰੀਜ਼ ਜਿਹੜੀਆਂ ਉਹ ਅਨਲਿਮਟਿਡ ਹਨ। ਉਹ ਜਨਮਾਂ ਤੋਂ ਲੈ ਕੇ ਵੀ ਚਲੀਆਂ ਆ ਰਹੀਆਂ ਹਨ। ਕਿਉਂ? ਕਿਉਂਕਿ ਮੈਮੋਰੀ ਜਿਹੜਾ ਹੈ ਉਹਦਾ ਕਨੈਕਸ਼ਨ ਸਾਡੀ ਕੌਨਸ਼ੀਅਸ ਨਾਲ ਹੈ, ਸਾਡੀ ਆਤਮਾ ਨਾਲ ਹੈ। ਇੱਕ ਗੱਲ ਨੂੰ ਸਮਝਣਾ ਹੀ ਪਏਗਾ, ਬਿਮਾਰੀ ਦੇ ਰੂਟ ਕਾਜ਼ ਨੂੰ ਜੇ ਸਮਝਣਾ ਹੈ ਤਾਂ ਇਸ ਟਾਈਮ ਦੇ ਉੱਤੇ ਮੈਡੀਕਲ ਸੁਪ੍ਰਸਿੱਧ ਡਾਕਟਰਾਂ ਨੇ ਵੀ ਇਸ ਚੀਜ਼ ਦੀ ਰਿਸਰਚ ਕਰ ਲਈ ਹੈ ਕਿ ਬਿਮਾਰੀ ਦੀ ਰੂਟ ਜਿਹੜਾ ਹੈ, ਜਿਹੜੀ ਉਹਦੀ ਜੜ ਹੈ, ਉਹ ਬੰਦੇ ਦੇ ਮਨ ਤੋਂ ਪੈਦਾ ਹੋਈ। ਜਿਉਂ-ਜਿਉਂ ਬੰਦੇ ਦੀ ਮਨਸਾ ਨੈਗੇਟਿਵ ਬਣਦੀ ਗਈ, ਉਹਦੇ ਕੈਮੀਕਲਸ ਨੈਗੇਟਿਵ ਬਣਦੇ ਗਏ। ਉਹਦੇ ਵਿੱਚ ਸਾਡੇ ਸਰੀਰ ਦੇ ਅੰਦਰ ਜਿਹੜੇ ਆਰਗਨ ਹਨ, ਜਿਸ ਤਰ੍ਹਾਂ ਲੀਵਰ ਹੋ, ਹਾਰਟ ਹੈ, ਲੰਗਸ ਹੈ, ਇਸ ਤਰ੍ਹਾਂ ਹੀ ਹੋਰ ਵੀ ਅਨੇਕ ਕਨੈਕਸ਼ਨ ਹਨ, ਅਤੇ ਉਹਦੇ ਨਾਲ ਹਾਰਮੋਨ ਦਾ ਵੀ ਕਨੈਕਸ਼ਨ ਹੈ। ਇਹ ਸਾਰਿਆਂ ਦਾ ਆਪਸੀ ਸੰਤੁਲਨ ਸੀ। ਬਹੁਤ ਕਾਲ ਪਹਿਲਾਂ ਇਹ ਬਿਮਾਰੀਆਂ ਨਹੀਂ ਸੀ। ਜਿਉਂ-ਜਿਉਂ ਪਿੱਛੇ ਜਾਈਏ 100 ਵਰਸ਼ 200 ਵਰਸ਼, ਐਪੀਡੈਮਿਕ ਜਾਂ ਪੈਂਡੈਮਿਕ ਵਿਸ਼ਵ ਦੇ ਵਿੱਚ ਕੋਈ ਮਹਾਮਾਰੀ ਜ਼ਰੂਰ ਆਈ ਹੋਵੇਗੀ, ਪਰ ਉਹ ਕੁਛ ਦੇਰ ਵਿੱਚ ਚਲੀ ਜਾਂਦੀ। ਪਰ ਅੱਜ ਜਿਹੜੀਆਂ ਬਿਮਾਰੀਆਂ ਹਨ ਉਹ ਮੈਜੋਰਿਟੀ ਨੂੰ, ਉਹ ਬਿਮਾਰੀਆਂ ਉਹ ਹਨ ਜੋ ਨਾਨ ਕਮਿਊਨੀਕੇਬਲ ਹਨ, ਜਿਹੜੀ ਛੂਆ-ਛੂਤ ਤੋਂ ਨਹੀਂ ਲੱਗਦੀਆਂ। ਉਹ ਬਿਮਾਰੀਆਂ ਅੱਜ ਬੰਦੇ ਨੂੰ ਆ ਰਹੀਆਂ ਹਨ। ਉਹਨਾਂ ਦਾ ਕਾਰਨ ਵੀ ਢੂੰਡਿਆ ਗਿਆ, ਉਹਨਾਂ ਦਾ ਕਾਰਨ ਵੀ ਸਾਡਾ ਮਨ ਬਣਿਆ। ਇੱਕ ਦਿਨ ਦੇ ਵਿੱਚ ਨਹੀਂ, ਵਰਸ਼ਾਂ ਤੋਂ ਲੈ ਕੇ ਉਹ ਬਿਮਾਰੀ, ਪਹਿਲਾਂ ਉਹ ਬਿਮਾਰੀ ਮਨ ਵਿੱਚ ਆਈ, ਉਹ ਬਿਮਾਰੀ ਫਿਰ ਅੰਤਰ ਮਨ 'ਚ ਚਲੀ ਗਈ। ਅੰਤਰ ਮਨ ਨੂੰ ਵੀ ਨਿਯੰਤਰਣ ਕਰਨ ਵਾਲੀ, ਕੰਟਰੋਲ ਕਰਨ ਵਾਲੀ ਸ਼ਕਤੀ ਆਤਮਾ ਹੈ। ਆਤਮਾ ਸ਼ਕਤੀਸ਼ਾਲੀ ਨਹੀਂ ਹੈ ਤਾਂ ਮਨ ਆਪਦੇ ਨੈਗੇਟਿਵ ਵਿਚਾਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ, ਮਤਲਬ ਮਨ ਭਟਕਦਾ ਰਹਿੰਦਾ ਹੈ, ਔਰ ਮਨ ਭਟਕਦਾ ਹੋਇਆ ਆਪ ਦੀ ਆਂਤਰਿਕ ਅਵਸਥਾ ਨੂੰ ਵੀ, ਮਨ ਦੀ ਅਵਸਥਾ ਨੂੰ ਵੀ ਨੈਗੇਟਿਵ ਬਣਾ ਦਿੰਦਾ ਹੈ। ਅੱਜ ਮੈਂ ਇਹ ਵਿਚਾਰਾਂ ਨੂੰ ਇੱਥੇ ਹੀ ਵਿਰਾਮ ਦਿੰਦਾ ਹੋਇਆ, ਇਹਦੇ ਨਾਲ ਹੀ ਮੈਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਇਸ ਤੋਂ ਅੱਗੇ ਇਹਦਾ ਕਨੈਕਸ਼ਨ ਕਿਸ ਤਰ੍ਹਾਂ ਹੈ ਉਸ ਦੇ ਉੱਤੇ ਵਿਚਾਰ ਦੇਵਾਂਗਾ। ਸਤਿ ਸ੍ਰੀ ਅਕਾਲ।